Good morning, student. This is your third chapter, Engine Trouble, which is written by R.K. Narayan. So it's a humorous essay है, मतलब एक राइਟ ਕੀਤਾ ਗਿਆ। ਇੰਜਨ ਟਰਬਲ ਹੁੰਦਾ ਹੈ ਵੀ ਇਹਦੇ ਵਿੱਚ ਇੱਕ ਰਾਈਟਰ ਹੁੰਦਾ ਹੈ, ਮਤਲਬ ਉਹ ਇੰਜਨ ਨੂੰ ਖਰੀਦ ਲੈਂਦਾ ਹੈ, ਉਹਨੂੰ ਲੱਗਦਾ ਹੈ ਮਤਲਬ ਉਹ ਇੱਕ ਵਧੀਆ ਉਹਦੇ ਲਈ ਕੁਝ ਵਧੀਆ ਉਹਨੂੰ ਸੈਲ ਕਰਨ ਤੋਂ ਉਹਨੂੰ ਵਧੀਆ ਅਰਨ ਹੋਏਗਾ, ਬਟ ਇਹ ਉਹਦੇ ਲਈ ਇੱਕ ਟਰਬਲ ਹੋ ਜਾਂਦੀ ਹੈ। ਸੋ ਇਟਸ ਅ ਵੈਰੀ ਹਿਊਮਰਸ ਸਟੋਰੀ। ਸੋ ਲੈਟਸ ਹੈਵ ਅ ਸਟਾਰਟ। In the town where the narrator lived, मतलब टाउन विच narrator रहंदा है, there came a showman, उत्थे एक showman आंदा है। He was the proprietor of Gaiety Land, a gambling company, मतलब वो man की एक proprietor हुंदा है Gaiety Land दे विच। He set up his different stalls in the Gymkhana grounds to give fun and entertainment to the people. Some of the attractions of this show was parrots performing various tricks and motorcyclists racing through the dome of death. ਮਤਲਬ ਹੁਣ ਕਿਵੇਂ ਹੈ, ਮਤਲਬ ਜਿਸ ਪਰਸਨ ਦੀ ਆਪਾਂ ਗੱਲ ਕਰਦੇ ਹਾਂ ਉਹ ਕੀ ਹੈ, ਮਤਲਬ ਇੱਕ ਲੋਕਾਂ ਨੂੰ ਇੰਟਰਟੇਨਮੈਂਟ ਦੇ ਲਈ ਫਨ ਕਰਨ ਦੇ ਲਈ ਕੁਝ ਸ਼ੋਅ ਕਰਦਾ ਹੈ, ਇੱਕ ਸ਼ੋਅਮੈਨ ਹੈ। ਜਿਵੇਂ ਆਪਾਂ ਆਪਣੇ ਫੇਅਰ ਦੇ ਵਿੱਚ ਦੇਖਦੇ ਹਾਂ, ਮਤਲਬ ਇੱਕ ਸਾਈਕਲਿਸਟ ਦੀ ਰੇਸ ਹੁੰਦੀ ਹੈ ਇਨ ਅ ਡੂਮ ਦੇ ਵਿੱਚ। ਦੇਅਰ ਵਰ ਲੋਟਰੀਜ਼ ਐਂਡ ਸ਼ੂਟਿੰਗ ਗੈਲਰੀਜ਼। ਬਾਈ ਸਪੈਂਡਿੰਗ ਅ ਫਿਊ ਅਨਾਸ ਵਨ ਕੁਡ ਟੇਕ ਪਾਰਟ ਇਨ ਦੀ ਸਕਿੱਲ ਗੇਮਸ ਐਂਡ ਵਿਨ 100 ਰੁਪੀਜ਼। ਇਹ ਸਿਰਫ ਗੇਮ ਹੁੰਦੀ ਹੈ ਜਿਹਦੇ 'ਚ ਆਪਾਂ ਕੁਛ ਅਨਾਸ ਯੂਜ਼ ਕਰਦੇ ਹਾਂ, ਪਾਰਟੀਸਪੇਟ ਕਰਦੇ ਹਾਂ ਇਹ ਸਾਰੀਆਂ ਸਕਿੱਲ ਗੇਮਸ ਦੇ ਵਿੱਚ, ਤੇ ਆਪਾਂ 100 ਰੁਪੀਜ਼ ਵਿਨ ਕਰ ਸਕਦੇ ਹਾਂ। ਦ ਨਰੇਟਰ ਪਰਚੇਸਡ ਅ ਵਿਨਿੰਗ ਟਿਕਟ ਐਂਡ ਗੋਟ ਅ ਰੋਡ ਇੰਜਨ ਐਜ਼ ਹਿਜ਼ ਪ੍ਰਾਈਸ। ਨਰੇਟਰ ਕੀ ਹੈ, ਵਿਨਿੰਗ ਟਿਕਟ ਪਰਚੇਸ ਕਰਦਾ ਹੈ, ਮਤਲਬ ਵੀ ਰੋਡ ਇੰਜਨ ਵਾਲੀ ਸਾਈਡ ਤੇ ਪੈਸਾ ਲਗਾਉਣਾ ਚਾਹੁੰਦਾ ਹੈ। ਦ ਪ੍ਰਾਈਸ ਹਾਊਐਵਰ ਕੋਸਟ ਦ ਨਰੇਟਰ ਮਚ ਇਨਕਨਵੀਨੀਅੰਸ। ਐਟ ਫਸਟ ਹੀ ਫੈਲਟ ਹੈਪੀ ਐਂਡ ਡਰੀਮਡ ਆਫ ਅ ਹੈਂਡਸਮ ਅਮਾਊਂਟ ਬਾਈ ਸੈਲਿੰਗ ਇਟ। ਪਹਿਲਾਂ ਉਹਨੂੰ ਲੱਗਦਾ ਹੈ ਕਿ ਮਤਲਬ ਉਹ ਇਹ ਵਾਲਾ ਜਿਹੜਾ ਇੰਜਨ ਉਹਨੂੰ ਸੈਲ ਕਰਕੇ ਵਧੀਆ ਅਰਨ ਕਰੇਗਾ। ਫਰੈਂਡਸ ਆਫ ਦ ਨਰੇਟਰ ਕੇਮ to the congratulate him. friends ਆਂਦੇ ਨੇ ਉਹਨੂੰ ਵਧਾਈਆਂ ਦਿੰਦੇ ਹਨ। they suggested that he could get thousands of rupees by selling the engine. he went to the Gymkhana ground every day to inspect the engine. ਮਤਲਬ ਕੀ ਹੈ ਕਿ ਉਹ ਗਰਾਊਂਡ ਦੇ ਵਿੱਚ ਜਾਂਦੇ ਨੇ ਇੰਸਪੈਕਟ ਕਰਨ ਦੇ ਲਈ ਇੰਜਨ ਨੂੰ, ਬਟ ਇਟ ਪ੍ਰੂਵਡ ਐਨ ਅਨਲੱਕੀ ਪ੍ਰਾਈਸ। ਇਟ ਬਿਕੇਮ ਦ ਬਿਗਨਿੰਗ ਆਫ ਦ ਨਰੇਟਰਸ ਟਰਬਲ। ਹੀ ਹੈਡ ਟੂ ਐਗਰੀ ਟੂ ਪੇ ਰੈਂਟ ਟੂ ਦ ਮਿਊਨਸੀਪਲ ਕਮੇਟੀ ਬਾਈ ਕੀਪਿੰਗ ਦ ਇੰਜਨ ਇਨ ਦ ਗਮਖਾਨਾ ਗਰਾਊਂਡਸ। ਮਤਲਬ ਉਹ ਉਹਨੂੰ ਇੱਕ ਮਤਲਬ ਪੇ ਐਗਰੀ ਕਰਦੇ ਨੇ ਕਿ ਅਸੀਂ ਮਿਊਨਸੀਪਲ ਕਮੇਟੀ ਵਾਲੇ ਕਿ ਅਸੀਂ ਇਹ ਵਾਲੇ ਇੰਜਨ ਨੂੰ ਯੂਜ਼ ਕਰ ਲਵਾਂਗੇ। ਹੀ ਵਾਜ਼ ਅ ਪੂਅਰ ਮੈਨ। ਹੁਣ ਉਹ ਕੀ ਸੀ, ਪੂਅਰ ਮੈਨ ਸੀਗਾ। ਦ ਰੈਂਟ ਡੈਟ ਹੀ ਹੈਡ ਟੂ ਪੇ ਵਾਜ਼ ਐਨ unwanted burden on him. He had to pawn his wife's ornaments to tide over his financial difficulty. ਮਤਲਬ ਉਹਨੇ ਆਪਣੀ ਵਾਈਫ ਦੇ ਜਿਹੜੇ ornaments ਸੀ ਉਹ ਵੀ ਟਾਈਡ ਕੀਤੇ ਹੋਏ ਸੀ ਆਪਣੀ ਫਾਈਨੈਂਸ਼ੀਅਲੀ ਨੂੰ ਸਹੀ ਕਰਨ ਦੇ ਲਈ। She asked him to get rid of this unnecessary burden. ਉਹਨੂੰ ਪੁੱਛਦੀ ਹੈ ਵੀ ਉਹ ਇਹ ਵਾਲੇ burden ਤੋਂ get rid of ਕਰ ਲੈਣ, ਛੁਟਕਾਰਾ ਪਾ ਲੈਣ। The narrator offered to sell it to the secretary of Cosmopolitan Club. 1 minute. Cosmopolitan Club and also to the chairman of the municipal committee. ਮਤਲਬ ਉਹ ਉਹਨੂੰ ਕਹਿੰਦੀ ਹੈ, ਨਰੇਟਰ ਨੂੰ ਆਫਰ ਕਰਦਾ ਹੈ ਕਿ ਉਹਨੂੰ ਸੈਲ ਕਰ ਦੇ। both these men refused to buy it at any price. ਉਹਨੂੰ ਪਰਸਨ ਮਨਾ ਕਰ ਦਿੰਦੇ ਨਰੇਟਰ ਦਾ ਉਹ ਵਾਲਾ ਇੰਜਨ ਪਰਚੇਜ਼ ਕਰਨ ਦੇ ਲਈ। The municipal committee sent the narrator a notice telling him to remove the engine within 24 hours as a cattle fair was going to be held in Gymkhana grounds. ਮਤਲਬ ਹੁਣ ਕੀ ਹੁੰਦਾ, ਨਰੇਟਰ ਨੂੰ ਇੱਕ ਆਰਡਰ ਆਉਂਦਾ ਹੁੰਦਾ ਕਿ ਆਪਣੇ ਇੰਜਨ ਨੂੰ ਉਠਾ ਲੇ, ਅਦਰਵਾਈਜ਼ ਉਹ ਰਿਮੂਵ ਕਰ ਦੇਣਗੇ, ਬਿਕੋਜ਼ 24 hours ਦੇ ਅੰਡਰ ਉਹਨਾਂ ਨੇ ਇੱਕ ਫੇਅਰ ਕੈਟਲ ਫੇਅਰ ਚਲਾਉਣਾ ਹੁੰਦਾ ਉਸੇ ਗਰਾਊਂਡ ਦੇ ਵਿੱਚ। He felt upset, but a friend had a field nearby. He allowed the narrator to park the road engine in it for 2 months. ਉਹ ਮਤਲਬ ਅਲੋ ਕਰਦਾ ਹੁੰਦਾ ਉਹਦਾ ਫਰੈਂਡ ਕਿ 2 month ਲਈ ਉੱਥੇ ਨੂੰ ਖੜਾ ਜੇ, but the narrator couldn't find any man who could handle a road engine. At last, the priest of the temple lent him the services of his elephant. The narrator engaged 50 coolies to push the engine from behind. He got the services of Joseph, a dismissed bus driver, to steer the road engine. All these arrangements cost him a good amount of money. ਸਾਰੇ ਮਤਲਬ ਉਹਨੂੰ ਕੀ ਵਧੀਆ ਇੱਕ ਪੇ ਕਰਦੇ ਹੁੰਦੇ ਨੇਗੇ।
Large crowds had gathered to see the strange sights of an elephant drawing a road engine by means of ropes. The engine moved out of the Gymkhana grounds, but as it came on the road leading to the field, it began to move in a zigzag way. मतलब फिर ਕੀ ਹੁੰਦਾ ਹੈਗਾ ਵੀ ਇੰਜਨ ਮੂਵ ਕਰਦਾ ਹੈ ਉੱਥੋਂ ਗਰਾਊਂਡ ਦੇ ਵਿੱਚੋਂ, ਮਤਲਬ ਫਿਰ ਵੀ ਉਹ ਇੱਕ ਵਧੀਆ zigzag way ਦੇ ਵਿੱਚ move ਕਰਦਾ ਹੌਲੀ ਹੌਲੀ. The elephant coolies and steersmen pushed it in a different directions. This blind application of the force pushed the engine against a compound wall. The portion of this wall was smashed. The elephant kicked against another portion of the wall and broke it into pieces. The coolies ran away in panic. ਕੂਲੀਸ ਕੀ ਕਰਦੇ ਨੇ, ਮਤਲਬ ਉੱਥੋਂ ਕਾਫੀ ਸਾਰਾ ਕੰਮ ਕਰ ਕਾਫੀ ਪੈਨਿਕ ਦੇ ਵਿੱਚ ਥੋੜ੍ਹਾ ਰਨ ਅਵੇ ਕਰਦੇ ਨੇ. ਦ ਐਂਗਰੀ ਓਨਰ ਆਫ ਦ ਵਾਲ ਸਲੈਪਡ ਦ ਨਰੇਟਰ ਇਨ ਦ ਫੇਸ. ਐਂਗਰੀ ਓਨਰ ਕੀ ਕਰਦਾ, ਸਲੈਪ ਕਰਦਾ. ਦ ਨਰੇਟਰ ਹੈਡ ਟੂ ਸਪੈਂਡ ਸਮ ਟਾਈਮ ਇਨ ਦ ਪੁਲਿਸ ਲੌਕ ਅਪ. ਹਿਜ਼ ਵਾਈਫ ਥ੍ਰੈਟਨ ਟੂ ਲੀਵ ਹਿਮ. ਹੀ ਹੈਡ ਨੋ ਮਨੀ ਟੂ ਪੇ ਹਿਜ਼ ਕ੍ਰੇਟਰਸ. ਐਂਗਰੀ ਓਨਰ ਕੀ ਕਰਦਾ, ਨਰੇਟਰ ਨੂੰ ਮਤਲਬ ਫੇਸ ਕਰਨਾ ਪਸੰਦ ਨਹੀਂ ਕਰਦਾ ਹੈਗਾ. ਤਾਂ ਨਰੇਟਰ ਹੈਡ ਟੂ ਸਪੈਂਡ, ਉਹ ਕਹਿੰਦਾ ਵੀ ਕੁਛ ਟਾਈਮ ਮੈਂ ਹੋਰ ਇੱਥੇ ਰਹਿ ਲਾਂ, ਬਟ ਉਹ ਥ੍ਰੈਟਨ ਕਰਦਾ, ਉਹਦੀ ਵਾਈਫ ਵੀ ਉਹਨੂੰ ਪਸੰਦ ਨਹੀਂ ਕਰਦੀ. ਅ ਸਵਾਮੀ ਕੇਮ ਟੂ ਦ ਟਾਊਨ ਟੂ ਗਿਵ ਐਨ ਐਗਜ਼ੀਬਿਸ਼ਨ ਆਫ ਦ ਜੋਗਿੰਗ ਫੀਟਸ. ਇਨ ਦ ਪ੍ਰੈਜ਼ੈਂਸ ਆਫ ਦ ਲਾਰਜ ਗੈਦਰਿੰਗ ਇਨ ਦ ਟਾਊਨ ਹਾਲ ਹੀ ਸਵੈਲੋਡ ਪੀਸਿਸ ਆਫ ਗਲਾਸ, ਡਰਿੰਕ ਐਸਿਡਸ ਐਂਡ ਬਰੀਡ ਹਿਮਸੈਲਫ ਅੰਡਰ ਗਰਾਊਂਡ. ਸਵਾਮੀ ਆਉਂਦਾ ਹੁੰਦਾ ਮਤਲਬ ਐਗਜ਼ੀਬਿਸ਼ਨ ਦੇਖਣ ਦੇ ਲਈ. ਉਹਦੀ ਪ੍ਰੈਸੈਂਸ ਦੇ ਵਿੱਚ ਲਾਰਜ ਗੈਦਰਿੰਗ ਹੁੰਦੀ ਹੈ ਟਾਊਨ ਹਾਲ ਦੇ ਵਿੱਚ, ਮਤਲਬ ਉਹ ਗਲਾਸਿਸ ਦੇਖਦਾ ਹੈ, ਡਰਿੰਕ ਐਸਿਡਸ ਦੇਖਦਾ ਹੈ. ਹੀ ਰਿਮਾਰਕਸ ਦੈਟ ਹੀ ਵਾਜ਼ ਸਰਵਿੰਗ ਹਿਊਮੈਨਿਟੀ ਐਂਡ ਕੈਰਿੰਗ ਹਿਜ਼ ਮਾਸਟਰਸ ਮੈਸੇਜ ਟੂ ਦ ਪੀਪਲ. ਉਹ ਕਹਿੰਦਾ ਹੈਗਾ ਵੀ ਹਿਊਮੈਨਿਟੀ ਨੂੰ ਸਰਵ ਕਰਨਾ ਚਾਹੀਦਾ ਹੈ, ਆਪਣੇ ਮਾਸਟਰ ਨੂੰ ਮੈਸੇਜ ਕਰਦਾ ਹੈ. ਹੀ ਆਸਕਡ ਦ ਮਿਊਨਿਸਪਲ ਕਮੇਟੀ ਚੇਅਰਮੈਨ ਟੂ ਬ੍ਰਿੰਗ ਅ ਰੋਡ ਇੰਜਨ ਵਿਚ ਹੀ ਵੁਡ ਡਰਾਈਵ ਓਵਰ ਇਟ ਚੈਸਟ. ਦ ਨਰੇਟਰ ਆਫਰਡ ਦ ਸਵਾਮੀ ਹਿਜ਼ ਇੰਜਨ. ਮਤਲਬ ਉਹ ਮਿਊਨਸੀਪਲ ਕਮੇਟੀ ਨੂੰ ਪੁੱਛਦਾ ਕਿ ਉਹਨਾਂ ਕੋਲ ਕੋਈ ਇੰਜਨ ਹੈਗਾ ਜਿਹਨੂੰ ਮਤਲਬ ਵੀ ਉਹ ਡਰਾਈਵ ਕਰ ਲੇ. ਦ ਨਰੇਟਰ ਉਹਨੂੰ ਆਫਰ ਕਰਦਾ ਸਵਾਮੀ his engine. The spectator moved to the compound wall. The Swami placed one pillow near his head and another at his feet. Swami ਕੀ ਕਰਦਾ, one pillow ਉਹਦੇ head ਕੋਲ and ਦੂਸਰਾ ਉਹਦੇ feet ਕੋਲ. He made a chalk mark on his chest. He instructed the assistant to drive the engine over his chest. The engine was about to move when a police inspector appeared on the spot. The inspector brought orders from the magistrate of the town. ਹੁਣ ਕੀ ਹੁੰਦਾ, ਮਤਲਬ ਵੀ ਉਹ ਮਤਲਬ ਇੰਸਟਰਕਸ਼ਨਸ ਲੈਂਦਾ ਹੁੰਦਾ ਵੀ ਮੈਂ ਉਹਨੂੰ ਡਰਾਈਵ ਕਰਾਂ ਜਾਂ ਨਾ ਕਰਵਾਵਾਂ. ਥੀਸ ਆਰਡਰਸ ਲੈਟ ਡਾਊਨ ਦ ਸਵਾਮੀ ਕੁਡ ਨਾਟ ਡਰਾਈਵ ਦ ਇੰਜਨ ਓਵਰ ਇਟ ਚੈਸਟ, ਵੀ ਮਤਲਬ ਨਹੀਂ ਕਰ ਸਕਿਆ. ਦ ਸਵਾਮੀ ਬਿਕੇਮ ਵੈਰੀ ਐਂਗਰੀ ਐਂਡ ਡਿਸਾਈਡਡ ਟੂ ਲੀਵ ਦ ਪਲੇਸ ਐਟ ਵੰਸ. ਦ ਨਰੇਟਰ ਰਿਕੁਐਸਟਡ ਦ ਸਵਾਮੀ ਟੂ ਅਸਿਸਟੈਂਟ ਟੂ ਡਰਾਈਵ ਦ ਰੋਡ ਇੰਜਨ ਟੂ ਦ ਫੀਲਡ, ਬਟ ਦ ਅਸਿਸਟੈਂਟ ਰਿਫਿਊਜ਼ ਟੂ ਓਬਲਾਈਜ਼ ਹਿਮ. ਦ ਨਰੇਟਰ ਵਾਸ ਕੀ ਹੁੰਦਾ, ਪਜ਼ਲ ਹੋ ਜਾਂਦਾ ਹੁੰਦਾ. ਹੀ ਡਿਡਨਟ ਸੀ ਐਨੀ ਵੇ ਆਊਟ ਫਰੋਮ ਹਿਸ ਡਿਫਿਕਲਟੀਜ਼. ਹੀ ਪਲਾਨ ਟੂ ਰਨ ਅਵੇ ਫਰੋਮ ਦ ਟਾਊਨ. ਉਹਨੂੰ ਹੁੰਦਾ ਵੀ ਸਾਰੇ ਲੜਨਗੇ ਕਿਉਂਕਿ ਬਟ ਨੇਚਰ ਕੇਮ ਟੂ ਹਿਸ ਰੈਸਕਿਊ. ਵਨ ਨਾਈਟ ਐਨ ਅਰਥਕੁਇਕ ਸ਼ੌਕ ਦਾ ਟਾਊਨ. ਹੁਣ ਕੀ ਹੁੰਦਾ ਵੀ ਰਾਤ ਨੂੰ ਇੱਕ ਅਰਥਕੁਇਕ ਆ ਜਾਂਦੀ ਹੁੰਦੀ ਹੈ. ਨੈਕਸਟ ਮਾਰਨਿੰਗ ਦ ਨਰੇਟਰ ਫਾਊਂਡ ਦ ਇੰਜਨ ਇਨ ਅ ਡਿਸਯੂਜ਼ਡ ਵੈਲ. ਦ ਓਨਰ ਆਫ ਦ ਵੈਲ ਕਮ ਟੂ ਥੈਂਕ ਹਿਮ. ਇਟ ਵਾਜ਼ ਅ ਮੈਨ whose compound wall has been shattered by the road engine and the elephant. ਮਤਲਬ ਉਹ ਮੈਨ ਹੁੰਦਾ ਜਿਸ ਨੇ ਮਤਲਬ ਉਹਦੀ ਵਾਲ ਕੰਪਾਊਂਡ ਜਿਹੜੀ ਕਿ ਗਿਰ ਚੁੱਕੀ ਹੁੰਦੀ ਹੈ road side, and the elephant. The engine had completely covered that dirty well. The owner had been saved from the trouble of the covering it. ਹੁਣ ਓਨਰ ਨੇ ਉਹਨੂੰ ਬਚਾ ਰੱਖਿਆ ਹੁੰਦਾ ਹੈ. He agreed to build the wall himself and withdraw all the complaints against the ਨਰੇਟਰ. ਮਤਲਬ ਫਿਰ ਉਹ ਆਪਣੀਆਂ ਸਾਰੀਆਂ ਕੰਪਲੇਂਟਸ ਉਹਦੇ ਬਰਾਬਰ ਵਾਪਸ ਲੈ ਲੈਂਦਾ ਹੁੰਦਾ. ਤਾਂ ਨਰੇਟਰ ਹੈਵਡ ਅ ਸਾਈਨ ਆਫ ਰਿਲੀਫ. ਹਿਸ ਟਰਬਲ ਐਂਡਡ. So you have to read only 7th question. Who solved the narrator's engine trouble and how? What eventually happened to the road engine? Describe how the engine trouble ended. So this is a very easy question. ਇਟ ਮੀਨਸ ਵਿੱਚ ਗੱਲ ਕੀਤੀ ਗਈ ਹੈ ਵੀ ਕਿਸ ਤਰ੍ਹਾਂ ਵੀ ਜਿਹੜਾ ਇੱਕ ਇੰਜਨ ਸੀਗਾ ਜਿਹੜਾ ਉਹਨੇ ਕਿਹਾ ਸੀ ਮੈਂ ਕਾਫੀ ਮਤਲਬ ਅਰਨ ਕਰੂੰਗਾ ਇਹਨੂੰ ਸੈੱਲ ਕਰਕੇ, ਵੀ ਉਹ ਤੋਂ ਗੈਟ ਰਿਡ ਕਿਸ ਤਰੀਕੇ ਨਾਲ ਕਰਦਾ ਹੈ. ਐਂਡ ਯੂ ਹੈਵ ਟੂ ਡੂ ਅਨਦਰ ਵਨ ਕੁਐਸਚਨ. ਡਿਸਕਸ ਦ ਟਰਬਲਸ ਵਿਚ ਦ ਰੋਡ ਇੰਜਨ ਕਾਜ਼ ਟੂ ਦ ਨਰੇਟਰ and how did the narrator come to have a road engine.
So kindly read these two questions. Thanks. Have a nice day.